भारतीय संविधान के संविधान रचयिता डॉक्टर भीमराव अंबेडकर जी ने देश में चुनाव निष्पक्ष करवाने के लिए बैलेट पेपर चुनावी प्रक्रिया को कानूनी संवैधानिक करार दिया गया था। दूसरी ओर आज के इलेक्ट्रॉनिक युग में ईवीएम यानी इलेक्ट्रॉनिक वोटिंग मशीन चुनावी वोटिंग प्रक्रिया द्वारा विश्व के 200 के करीब देशों में से तकरीबन 25 देशों में इलेक्ट्रॉनिक वोटिंग मशीन के माध्यम से चुनावी प्रक्रिया हो रही है, लेकिन बाकी अन्य देशों ने ईवीएम को असंवैधानिक बताया और बैन लगाया तथा बैलेट पेपर चुनावी प्रक्रिया को कानूनी संवैधानिक माना गया है। जहां भारत में भारत निर्वाचन आयोग यानी कि इलेक्शन कमीशन ऑफ इंडिया ने ईवीएम वोटिंग प्रक्रिया व मशीन को सुरक्षित बताया। भारत में पहली बार 1982 में केरल के पारूर विधानसभा क्षेत्र में मतदान प्रक्रिया ईवीएम से हुई थी और भारत में ईवीएम का निर्माण भी होता है। ईवीएम को बेंगलुरु के भारत इलेक्ट्रॉनिक लिमिटेड और दूसरा हैदराबाद के इलेक्ट्रॉनिक कार्य ऑफ इंडिया में बनाया जाता है। पिछले लंबे समय से भारत में ईवीएम वोटिंग चुनावों को हटाकर बैलेट पेपर चुनाव करवाने को लेकर देश भर में भिन्न भिन्न राजनीतिक, धार्मिक तथा सामाजिक पार्टियां रोष प्रदर्शन कर इलेक्शन कमीशन ऑफ इंडिया व सरकार से पूरे जोर से मांग कर रही हैं। वहीं ग्राउंड जीरो पर हमारी मीडिया टीम ने अलग अलग राजनीतिक व धार्मिक पार्टियों के ओहदेदार नेताओं से ईवीएम या बैलेट पेपर से चुनाव होने संबंधी उनकी प्रतिक्रिया जानी। क्या है उनकी प्रतिक्रिया, देखते हैं जिला कपूरथला से स्पेशल रिपोर्ट में। ईवीएम मशीਨਾਂ ਦੀ ਜਿਹੜੀ ਵਰਤੋਂ ਹੈ ਉਸ ਨੂੰ ਤੁਸੀਂ ਚੰਗਾ ਸਮਝਦੇ ਹੋ ਜਾਂ ਜਿਹੜਾ ਪਹਿਲਾਂ ਬੈਲਟ ਪੇਪਰ ਚੁਣਾਵ ਲਈ ਯੂਜ਼ ਕੀਤੇ ਜਾਂਦੇ ਸੀ ਉਸ ਨੂੰ ਚੰਗਾ ਸਮਝਦੇ ਹੋ? ਕੀ ਕਹਿਣਾ ਚਾਹੋਗੇ? सर देखो, सब तो पहला नमस्कार और इस वीडियो में देख रहे सारे श्रोतिਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀ ਹੈ। ਸਭ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਹੈ ਬੈਲਟ ਪੇਪਰ, ਦੇਖੋ ਉਹਦੇ ਵਰਗੀ ਤਾਂ ਰੀਸ ਕੋਈ ਨਹੀਂ ਹੈਗੀ, ਠੀਕ ਹੈ ਜੀ। ਬੈਲਟ ਪੇਪਰ ਜਿਹੜਾ ਸੀਗਾ ਉਹ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਅੱਜ ਕੱਲ੍ਹ ਆਧੁਨਿਕ ਯੁੱਗ ਦੇ ਵਿੱਚ ਆਈਟੀ ਡਿਪਾਰਟਮੈਂਟ ਕਰਕੇ ਬਹੁਤ ਸਾਰੀਆਂ ਚੀਜ਼ਾਂ ਨਾਲ ਛੇੜਖਾਨੀ ਹੋ ਜਾਂਦੀ। ਸੋਸ਼ਲ ਮੀਡੀਆ ਦੇ ਥਰੂ ਅੱਜ ਕੱਲ੍ਹ ਟੈਕਨੀਕਲ ਇੰਨੇ ਲੋਕ ਆ ਗਏ ਨੇ, ਇੰਨੇ ਇੰਜੀਨੀਅਰ ਆ ਗਏ ਨੇ ਕਿ ਜਿੱਥੇ ਉਹ ਸਾਡੇ ਲਈ ਚੰਗਾ ਆ ਉਹਦੀ ਮਿਸਯੂਜ਼ ਵੀ ਬਹੁਤ ਜ਼ਿਆਦਾ ਹੁੰਦੇ ਨੇ। ਅਤੇ ਬੈਲਟ ਪੇਪਰ ਮੈਂ ਜੇ ਚੋਇਸ ਦੀ ਗੱਲ ਆ ਤਾਂ ਮੈਂ ਸਮਝਦਾ ਕਿ ਬੈਲਟ ਪੇਪਰ ਮੱਚ ਬੈਟਰ ਸੀਗੇ। ਉਹ ਦੇਸੀ ਤਰੀਕਾ ਸੀਗਾ, ਉਹ ਹਮੇਸ਼ਾ ਕਾਰਗਰ ਸਾਬਿਤ ਹੋਇਆ ਵਾ। ਔਰ ਹੁਣ ਜੇ ਗੱਲ ਕਰੀਏ ਈਵੀਐਮ ਦੀ, ਤਾਂ ਦੇਖੋ ਇਹਦੇ 'ਤੇ ਅਸੀਂ ਕਿਤੇ ਬਹੁਤ ਜਲਦੀ ਫੈਸਲਾ ਨਹੀਂ ਲੈ ਸਕਦੇ, ਕਿਉਂਕਿ ਜੇ ਅੱਜ ਦੇ ਜ਼ਮਾਨੇ ਦੇ ਅਕੋਰਡਿੰਗ ਨਾ ਚੱਲੀਏ ਅਤੇ ਕਿ ਪਹਿਲਾਂ ਬੈਲਟ ਪੇਪਰ ਦੇ ਉੱਤੇ ਜਦੋਂ ਗਿਣਤੀ ਹੁੰਦੀ ਸੀਗੀ ਅਤੇ ਭਾਰਤ ਦੀ ਜਨਸੰਖਿਆ ਉਦੋਂ ਕਿੰਨੀ ਸੀ, ਅੱਜ ਉਹ ਜਨਸੰਖਿਆ ਕਿੰਨੀ ਹੈ। ਜੇ ਇੰਨੇ ਲੋਕਾਂ ਦੀ ਅਸੀਂ ਵੋਟਾਂ ਗਿਣਨ ਬੈਠਾਂਗੇ ਤਾਂ ਕਿੰਨਾ ਟਾਈਮ ਜਾਏਗਾ, ਪੈਸਾ ਤਾਂ ਆਲਰੇਡੀ ਵੇਸਟ ਹੋ ਰਿਹਾ ਅਤੇ ਉੱਤੇ ਟਾਈਮ ਵੀ ਵੇਸਟ ਹੋਏਗਾ। ਅਤੇ ਕਿਤੇ ਨਾ ਕਿਤੇ ਈਵੀਐਮ ਇੱਕ ਅੱਛਾ ਆਪਸ਼ਨ ਆ। ਬੈਟਰ ਇਹ ਆ ਕਿ ਅਸੀਂ ਇਹਨੂੰ ਬੰਦ ਕਰਨ ਦੇ ਇਹਦੀ ਪਿਓਰਿਟੀ ਦੇ ਉੱਤੇ ਕੰਮ ਕਰੀਏ, ਇਹਦੇ ਵਿੱਚ ਕੋਈ ਧਾਂਦਲੀ ਨਾ ਹੋਵੇ, ਇਹਦੇ ਨਾਲ ਕੋਈ ਛੇੜਖਾਨੀ ਨਾ ਹੋਵੇ। ਅਸੀਂ ਇੱਦਾਂ ਦਾ ਕੋਈ ਕੰਮ ਕਰੀਏ ਸਾਰੇ ਜਣੇ ਰਲ ਮਿਲ ਕੇ, ਅਤੇ ਮੇਰੇ ਕਹਿਣਾ ਉਹ ਮੱਚ ਬੈਟਰ ਹੋਏ। ਪਾਰਟੀ ਨਾਲ ਸੰਬੰਧ ਰੱਖਦੇ ਹੋ ਜਿਹੜੇ ਕਿ ਈਵੀਐਮ ਮਸ਼ੀਨਾਂ ਦਾ ਬਿਹਾਰ ਚੁਣਾਵ ਦੇ ਬਾਅਦ ਵਿਰੋਧ ਹੋਇਆ ਵਾ, ਕੀ ਕਹਿਣਾ ਚਾਹੋਗੇ, ਕੀ ਮੰਗ ਕਰਦੇ ਲੱਗੇ? ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਮੰਗ ਕਰਦਾ ਵਾਂ ਚੋਣ ਕਮਿਸ਼ਨਰ ਨੂੰ ਕਿ ਜਿਹੜੀ ਈਵੀਐਮ ਮਸ਼ੀਨਾਂ ਦੇ ਵਿੱਚ ਘਪਲਾ ਹੁੰਦਾ ਵਾ ਜਾਂ ਦੂਜੀਆਂ ਪਾਰਟੀਆਂ ਕਹਿੰਦੀਆਂ ਵਾ, ਇਹ ਚੋਣ ਕਮਿਸ਼ਨਰ ਨੂੰ ਚਾਹੀਦਾ ਪਹਿਲੇ ਈਵੀਐਮ ਮਸ਼ੀਨਾਂ ਆਪ ਚੈੱਕ ਕਰਨੀਆਂ ਚਾਹੀਦੀਆਂ ਵਾ। ਜਿੱਦਾਂ ਕਿ ਹੁਣ ਬਿਹਾਰ ਦੇ ਵਿੱਚ ਇਲੈਕਸ਼ਨ ਹੋਈ ਆ, ਇਹ ਇਲੈਕਸ਼ਨ ਦੇ ਵਿੱਚ ਵਿਰੋਧ ਤਾਂ ਅੱਜ ਸਾਰੇ ਇੰਡੀਆ ਦੇ ਵਿੱਚ ਸਾਰੀਆਂ ਪਾਰਟੀਆਂ ਕਰ ਰਹੀਆਂ ਕਿ ਉਹ ਈਵੀਐਮ ਮਸ਼ੀਨਾਂ ਖਰਾਬ ਸੀਗੀਆਂ ਜਾਂ ਇਹਨਾਂ ਨੇ ਕਰਾਇਆ ਸੀ ਕੁਛ, ਠੀਕ ਹੈ ਜੀ। ਇਸ ਕਰਕੇ ਪਾਰਟੀ ਜਿੱਤੀ ਆ। ਮੈਂ ਤਾਂ ਕੋਈ ਵੀ ਇਲੈਕਸ਼ਨ ਦੇ, ਚਾਹੇ ਪੰਜਾਬ 'ਚ ਹੋਵੇ ਚਾਹੇ ਇੰਡੀਆ ਦੇ ਕਿਸੇ ਵੀ ਕੰਟਰੀ ਦੇਸ਼ ਦੇ ਵਿੱਚ ਹੋਵੇ, ਇਹਦੇ ਵਿੱਚ ਇਹਨਾਂ ਨੂੰ ਚਾਹੀਦਾ ਕੋਈ ਵੀ ਸੂਬੇ 'ਚ ਇਲੈਕਸ਼ਨ ਹੁੰਦੀ ਆ, ਪਹਿਲੇ ਚੋਣ ਕਮਿਸ਼ਨ ਨੂੰ ਆਪਣੀ ਚਾਹੀਦੀ ਆ ਕਿ ਈਵੀਐਮ ਮਸ਼ੀਨਾਂ ਆਪ ਦੇਖਣੀਆਂ ਚਾਹੀਦੀਆਂ ਵਾ ਕਿ ਈਵੀਐਮ ਮਸ਼ੀਨਾਂ ਦੇ ਵਿੱਚ ਕੋਈ ਘਪਲਾ ਤਾਂ ਨਹੀਂ ਹੋ ਰਿਹਾ, ਕੋਈ ਸਰਕਾਰ ਕਰ ਤਾਂ ਨਹੀਂ ਰਹੀ ਜਾਂ ਮੌਜੂਦਾ ਸਰਕਾਰ ਘਪਲਾ ਕਰਾ ਤਾਂ ਨਹੀਂ ਰਹੀ। ਇਸ ਕਰਕੇ ਕਿਉਂਕਿ ਇੰਨੇ ਪੰਗੇ ਕਿਹੜੇ ਪੈਂਦੇ ਆ, ਇਹ ਚੋਣ ਕਮਿਸ਼ਨ ਨੂੰ ਆਪ ਹੀ ਚਾਹੀਦਾ ਵਾ ਕਿ ਪਹਿਲੇ ਆਪ ਚੈੱਕ ਕਰੇ ਕਿ ਕੱਲ੍ਹ ਨੂੰ ਕੋਈ ਪੰਗਾ ਨਾ ਪਵੇ। ਕਿਉਂਕਿ ਦੇਖੋ ਅੱਜ ਆਪਣੇ ਦੇਸ਼ ਦੇ ਵਿੱਚ ਘਪਲਿਆਂ ਦੇ ਨਾਲ ਹੀ ਆਪਣਾ ਦੇਸ਼ ਭਰਿਆ ਪਿਆ ਵਾ। ਅੱਜ ਕਿਸੇ ਵੀ ਚੀਜ਼ ਦਾ ਲਾ ਲਓ ਘਪਲਾ, ਹਰ ਚੀਜ਼ 'ਚ ਘਪਲਾ ਹੋ ਰਿਹਾ। ਮੈਂ ਚੋਣ ਕਮਿਸ਼ਨ ਨੂੰ ਇਹੀ ਹਦਾਇਤ ਮੰਗ ਕਰਦਾ ਵਾਂ ਕਿ ਇਹ ਜਿਹੜੀਆਂ ਈਵੀਐਮ ਮਸ਼ੀਨਾਂ ਵਾ ਇਲੈਕਸ਼ਨਾਂ ਦੇ ਵਿੱਚ ਪਹਿਲੇ ਆਪ ਜਾਂਚ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਹੀ ਪੋਲਿੰਗ 'ਤੇ ਲਿਆ ਦਿੱਤਾ ਜਾਵੇ। ਇੰਨਾ ਹੀ ਕਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪਕ ਜੀ, ਜੇ ਗੱਲ ਕੀਤੀ ਜਾਵੇ ਤੁਸੀਂ ਕਾਂਗਰਸ ਦੇ ਅਹੁਦੇਦਾਰ ਵਾ, ਤਾਂ ਜੇ ਗੱਲ ਕੀਤੀ ਜਾਵੇ ਈਵੀਐਮ ਮਸ਼ੀਨਾਂ ਨੂੰ ਲੈ ਕੇ ਵੋਟਿੰਗ ਦੀ, ਤਾਂ ਕੀ ਰਾਏ ਹੈ ਤੁਹਾਡੀ? ਹੌਸਲਾ ਜੀ, ਤੁਹਾਡਾ ਸਵਾਲ ਬਹੁਤ ਵਧੀਆ, ਕਿਉਂਕਿ ਇਸ ਵਿਸ਼ੇ 'ਤੇ ਬੜੀ ਚਰਚਾ ਹੁੰਦੀ ਆ। ਆਮ ਤੌਰ 'ਤੇ ਇਹ ਕਈ ਸਾਲਾਂ ਤੋਂ ਹੀ ਗੱਲ ਚੱਲੀ ਆ ਰਹੀ ਆ ਕਿ ਜਿਹੜੀ ਈਵੀਐਮ ਮਸ਼ੀਨਾਂ, ਇਹ 'ਤੇ ਵਿਸ਼ਵਾਸ ਜਿਹੜਾ ਵਾ ਉਹ ਡਗਮਗਾ ਗਿਆ। ਕੋਈ ਕਾਰਨ ਇਹ ਆ ਕਿ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਫੋਰਨ ਦੇ ਵਿੱਚ ਬਾਹਰ ਜਿਹੜੀਆਂ ਕੰਟਰੀਆਂ, ਉੱਥੇ ਵੈਲਿਡ ਨਾਲ ਹੁੰਦੀ ਹੈ ਵੋਟਿੰਗ ਜਿਹੜੀ ਆ। ਅਤੇ ਜੇ ਬੰਦਾ ਕੋਈ ਆਵਾਜ਼ ਉਠਾਉਂਦਾ, ਮੰਨ ਲਓ ਪਬਲਿਕ ਦੇ ਮਨ 'ਚ ਡਾਊਟ ਆ ਕਿ ਈਵੀਐਮ 'ਤੇ ਸਾਨੂੰ ਸ਼ੱਕ ਆ,
ਤੇ ਗਵਰਨਮੈਂਟ ਨੂੰ ਚਾਹੀਦਾ ਕਿ ਉਹ ਤੇ ਜੇ ਉਹ ਸੰਜੀਦਾ ਵਾ ਇਸ ਮਾਮਲੇ ਦੇ ਵਿੱਚ ਤੇ ਉਹ ਡਿਸੀਜਨ ਲਵੇ। ਵੈਲਿਡ ਨਾਲ ਕਿਉਂ ਨਹੀਂ ਹੋ ਸਕਦਾ? ਸਭ ਕੁਝ ਹੋ ਸਕਦਾ। ਜਿਹੜੀ ਚੀਜ਼ ਸ਼ੱਕ ਦੇ ਘੇਰੇ 'ਚ ਆ ਗਈ ਉਹਦੇ ਤੇ ਮੈਂ ਇਹ ਸਮਝਦਾ ਵਾਂ ਕਿ ਉਹਨੂੰ ਵੈਲਿਡ ਨਾਲ ਹੀ ਲੈਣਾ ਚਾਹੀਦਾ, ਜਦਕਿ EVM ਨੂੰ ਜੇ ਵਿਸ਼ਵਾਸ ਨਹੀਂ ਤੇ ਉਹਨੂੰ ਖਤਮ ਕਰ ਦਿਓ। ਕੀ ਫਰਕ ਪੈਂਦਾ? ਕਿਉਂਕਿ ਜੇ ਕੋਈ ਵੀ ਗੌਰਮੈਂਟ ਆ ਉਹਦੀ ਨਿਰਪੱਖਤਾ ਤਾਂ ਇਸੇ ਮਾਮਲੇ 'ਚ ਹੀ ਹੈ ਨਾ, ਕਿ ਉਹ ਆਪਣਾ ਜਿਹੜਾ ਵਾ ਵਜੂਦ ਇਹ ਦਿਖਾਵੇ ਕਿ ਅਸੀਂ ਨਿਰਪੱਖ ਹਾਂ, ਅਸੀਂ ਬਿਲਕੁਲ ਕਿਤੇ ਵੀ ਕਿਸੇ ਵੀ ਪੱਖਪੂਰਨ ਰਵੱਈਆ ਨਹੀਂ ਵਰਤਦੇ। ਤਾਂ ਕਿਉਂ ਨਹੀਂ ਇਹਦਾ ਕਰਨਾ ਚਾਹੀਦਾ? ਬਿਲਕੁਲ ਕਰਨਾ ਚਾਹੀਦਾ। ਤੁਸੀਂ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਜੇ ਗੱਲ ਕੀਤੀ ਜਾਵੇ ਕਿ ਅੱਜ ਦੇ ਟਾਈਮ ਦੇ ਜਿਹੜੇ EVM ਮਸ਼ੀਨਾਂ ਦੇ ਉੱਤੇ ਜਿਹੜੀ VOTING ਨੂੰ ਲੈ ਕੇ ਕਈ ਪਾਰਟੀਆਂ ਵੀ ਮੁੱਦੇ ਚੁੱਕ ਰਹੀ ਹੈ, ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਦਾਸ ਗੁਰਪ੍ਰੀਤ ਸਿੰਘ ਬੰਟੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਕਪੂਰਥਲਾ। ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਹੈ ਤੇ ਘਪਲਾ। ਦੇਖੋ ਜੇ ਕੇਜਰੀਵਾਲ ਆਇਆ ਤੇ ਉਹਨੇ ਵੀ ਇੱਥੇ ਬਲੇਮ ਲਾਇਆ, ਹੋਰ ਪਾਰਟੀਆਂ ਸਾਰੀਆਂ ਇਹ ਬਲੇਮ ਲਾਉਂਦੀਆਂ। ਹੁਣ ਜਿਹੜੇ ਆ ਬਿਹਾਰ 'ਚ ਕਿ ਹੋਏ ਆ, ਦੇਖੋ ਉਹਨਾਂ ਨੂੰ 119 ਸੀਟਾਂ ਤੇ ਪਹਿਲਾਂ ਚੋਣ ਕਮਿਸ਼ਨ ਨੇ ਵਧਾਈ ਦਿੱਤੀ ਆ, ਫਿਰ ਉਸ ਤੋਂ ਬਾਅਦ ਇਹ ਕਾਲਾ ਮਾਲਾ ਇਹਨਾਂ ਨੇ ਦੁਬਾਰਾ ਤੋਂ ਕੀਤਾ। ਜੇ ਮੈਂ ਕਹਿੰਦਾ ਜੀ ਮੋਦੀ ਸਾਹਿਬ ਇੰਨੇ ਲੋਕਪ੍ਰਿय ਹੈਗੇ ਆ ਜਾਂ ਲੋਕ ਇੰਨਾ ਪਸੰਦ ਕਰਦੇ ਆ ਕਿ ਲਿਆਉਣਾ ਹੀ ਮੋਦੀ ਨੂੰ ਆ, ਤੇ ਫਿਰ ਆਪਾਂ ਨੂੰ ਹਰਜ ਕੀ ਆ? ਬੈਲਟ ਪੇਪਰ ਨਾਲ ਆਪਾਂ ਨੂੰ ਚੋਣ ਕਰਾਉਣ ਨੇ ਕੋਈ ਹਰਜ ਨਹੀਂ ਹੋਣਾ ਚਾਹੀਦਾ। ਮੈਂ ਸਮਝਦਾ ਕਿ ਜੇ ਮੈਂ ਬਹੁਤ ਪਪੂਲਰ ਹਾਂ ਤੇ ਲੋਕਾਂ ਨੂੰ ਪਤਾ ਹੀ ਆ ਨਾ। ਫਿਰ ਨਾਲੇ ਜਿਸ ਮੁਲਕ ਦੇ ਵਿੱਚ ਇਹ ਮਸ਼ੀਨਾਂ ਬਣਦੀਆਂ ਜਾਂ ਬਣਾਈਆਂ, ਹਰ ਪੂਰੇ ਵਰਲਡ ਨੇ ਤੇ ਇਹਨੂੰ ਪਾਸੇ ਕਰਕੇ ਰੱਖਤਾ ਵੀ ਇਹ ਹੀਰਾ ਫੇਰੀ ਦਾ ਸੌਦਾ ਸਾਰਾ। ਉੱਥੇ ਸਾਰੇ ਬੈਲਟ ਪੇਪਰ ਨਾਲ ਚੋਣ ਕਰਾਉਂਦੇ ਆ, ਇੱਥੇ ਹੀ ਕਿਉਂ ਕਰਾਉਣੇ ਆ ਵੀ ਅਸੀਂ ਇਹਦੇ ਨਾਲ ਹੀ ਕਰਾਉਣੇ ਆ? ਇਹਦਾ ਮਤਲਬ ਤੇ ਇਹ ਹੈ ਨਾ ਬਈ ਕੋਈ ਨਾ ਕੋਈ ਚੋਰ ਮੋਰੀ ਹੈਗੀ ਇਹਨਾਂ ਕੋਲ, ਇਸ ਕਰਕੇ ਇਹ EVM ਮਸ਼ੀਨਾਂ ਨਾਲ ਜਿਹੜੇ ਆ ਕਿ ਇਹ ਚੋਣ ਕਰਾਉਣਾ ਚਾਹੁੰਦੇ ਆ। ਜੇ ਇਹਨਾਂ ਨੂੰ ਕੋਈ ਨਹੀਂ ਖਰਚਾ ਇੱਦਾਂ ਦਾ ਕਿ ਅਸੀਂ ਬਹੁਤ ਹੈਗੇ ਆ ਵੀ ਸਾਨੂੰ ਲੋਕ ਪਸੰਦ ਕਰਦੇ ਆ, ਤੇ ਫਿਰ ਬੈਲਟ ਪੇਪਰ ਨਾਲ ਕਰਾ ਲੈਣ, ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਨਾਲੇ ਲੋਕਾਂ ਦੇ ਸ਼ੰਕੇ ਦੂਰ ਹੋ ਜਾਂਦੇ ਆ। ਨਾਲ ਸੰਬੰਧ ਰੱਖਦੇ, ਜਿਵੇਂ ਕਿ ਬਿਹਾਰ ਦੇ ਵਿੱਚ BJP ਤੇ EVM ਮਸ਼ੀਨਾਂ ਨੂੰ ਘਪਲਾ ਕਰਨ ਦਾ ਆਰੋਪ ਲੱਗਿਆ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ 'ਚ? ਕੀ ਮੰਗ ਕਰਦੇ ਚੋਣ ਕਮਿਸ਼ਨ ਤੋਂ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿੱਦਾਂ ਕਿ ਬਿਹਾਰ ਦੇ ਵਿੱਚ ਭਾਜਪਾ ਦੇ ਉੱਤੇ ਲੱਗਾ, ਸਿਰਫ ਬਿਹਾਰ ਦੇ ਵਿੱਚ ਨਹੀਂ ਲੱਗਾ, ਜਦੋਂ ਦੀਆਂ EVM ਮਸ਼ੀਨਾਂ ਆਈਆਂ ਆ ਅਤੇ ਜਦੋਂ ਦੀ ਭਾਜਪਾ ਸਰਕਾਰ ਆਈ ਆ ਰਾਜ ਦੇ ਵਿੱਚ, ਉਦੋਂ ਤੋਂ ਹੀ ਭਾਜਪਾ ਦੇ ਉੱਤੇ ਬਾਰ-ਬਾਰ ਲੱਗਦਾ ਰਿਹਾ ਆ ਕਿ EVM ਮਸ਼ੀਨਾਂ ਨਾਲ ਨਹੀਂ ਵੋਟਾਂ ਹੋਣੀਆਂ ਚਾਹੀਦੀਆਂ, EVM ਮਸ਼ੀਨਾਂ ਨਾਲ ਨਹੀਂ ਵੋਟਾਂ ਹੋਣੀਆਂ ਚਾਹੀਦੀਆਂ। ਆਪਾਂ ਨੂੰ ਖੁਦ ਨੂੰ ਇਹ ਗੱਲ ਸੋਚਣੀ ਚਾਹੀਦੀ ਆ, ਜੇ ਭਾਜਪਾ ਆਪਣੇ ਆਪ ਨੂੰ ਕਹਿੰਦੀ ਆ ਕਿ ਲੋਕ ਸਾਰੇ ਸਾਡੇ ਨਾਲ ਆ, ਸਾਨੂੰ ਲੋਕਾਂ ਦਾ ਸਾਥ ਆ, ਤੇ ਉਹ ਬੈਲਟ ਪੇਪਰ ਦੇ ਵੋਟਾਂ ਤੋਂ ਕਿਉਂ ਡਰਦੇ ਆ? ਸਾਡੀ ਚੋਣ ਕਮਿਸ਼ਨ ਨੂੰ ਇੱਕੋ ਹੀ ਗੱਲ ਆ, ਭਾਰਤੀ ਚੋਣ ਕਮਿਸ਼ਨ ਨੂੰ, ਕਿ ਇਸ ਵਾਰ ਇੱਕ ਵਾਰ ਬੈਲਟ ਪੇਪਰਾਂ ਨਾਲ ਵੋਟਿੰਗ ਕਰਾਈ ਜਾਵੇ। ਆਪਾਂ ਦੇਖਦੇ ਹਾਂ ਅਮਰੀਕਾ ਦੇ ਵਿੱਚ ਹੁਣ ਤਾਜ਼ੀਆਂ ਵੋਟਾਂ ਹੋਈਆਂ, ਉਹ ਕਿੰਨੀ ਡਿਵੈਲਪਡ ਕੰਟਰੀ ਆ। ਆਪਾਂ ਤਾਂ ਹਜੇ ਡਿਵੈਲਪਿੰਗ ਕੰਟਰੀ ਆ, ਅਮਰੀਕਾ ਡਿਵੈਲਪਡ ਕੰਟਰੀ ਆ, ਫਿਰ ਵੀ ਉੱਥੇ EVM ਮਸ਼ੀਨ ਨਹੀਂ ਯੂਜ਼ ਹੋ ਰਹੀ। ਕੋਈ ਕਾਰਨ ਹੋਏਗਾ ਨਹੀਂ ਯੂਜ਼ ਹੋ ਰਹੀ। ਸੋ ਸਾਡੀ ਭਾਰਤੀ ਚੋਣ ਕਮਿਸ਼ਨ ਅੱਗੇ ਇੱਕੋ ਹੀ ਮੰਗ ਆ ਕਿ ਇਸ ਵਾਰ ਬੈਲਟ ਪੇਪਰਾਂ ਦੇ ਨਾਲ ਵੋਟਿੰਗ ਹੋਵੇ, ਤਾਂ ਕਿ ਜਿਹੜਾ ਭਾਜਪਾ ਦੇ ਸਿਰ ਦੇ ਉੱਤੇ ਚੜ੍ਹਿਆ ਹੋਇਆ ਆ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਗਰਾਊਂਡ ਲੈਵਲ ਦੇ ਉੱਤੇ ਲੋਕ ਉਹਨਾਂ ਨਾਲ ਜੁੜੇ ਆ ਕਿ ਨਹੀਂ ਜੁੜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।